ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਯੂਐਸ ਦੇ ਕੋਲ ਪ੍ਰਪੋਜ਼ਲ ਪਹੁੰਚਿਆ ਹੈਗਾ ਇਰਾਨ ਵੱਲੋਂ, ਵੀ ਉਹ ਸਟੇਟ ਆਫ ਹਾਰਮੋਜ਼ ਨੂੰ ਕਿਸ ਤਰ੍ਹਾਂ ਜਿਹੜਾ ਖੋਲ੍ਹਣਾ ਹੈਗਾ ਤੇ ਕਿਸ ਤਰ੍ਹਾਂ ਜਿਹੜੀਆਂ ਨਿਊਕਲੀਅਰ ਦੀ ਗੱਲਬਾਤ ਆ ਉਸ ਨੂੰ ਡਿਲੇ ਕਰਨਾ ਹੈਗਾ। ਪਰ ਹਜੇ ਜੋ ਯੂਐਸ ਦੀ ਗਵਰਨਮੈਂਟ ਆ, ਟਰੰਪ ਐਡਮਿਨਿਸਟ੍ਰੇਸ਼ਨ ਇਹਦੇ ਉੱਤੇ ਦੇਖ ਰਹੀ ਹੈਗੀ ਆ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨੇ ਇਹ ਕਿਹਾ ਵੀ ਪਿਛਲੇ ਵੀਕਐਂਡ ਦੇ ਦੌਰਾਨ ਉਹਨਾਂ ਵੱਲੋਂ ਇੱਕ ਬੈਟਰ ਦੈਨ ਵਾਟ ਵਾਸ਼ਿੰਗਟਨ ਹੈਜ਼ ਐਕਸਪੈਕਟਡ ਇਹ ਇੱਕ ਆਫਰ ਦਿੱਤੀ ਗਈ ਆ। ਪਰ ਇਹਦੇ ਉੱਤੇ ਟਰੰਪ ਹੁਣੀ ਐਗਰੀ ਕਰਨਗੇ ਜਾਂ ਨਹੀਂ, ਜਾਂ ਸੈਪਰੇਟ ਨੈਗੋਸ਼ੀਏਸ਼ਨਸ ਹੋਣਗੀਆਂ ਨਿਊਕਲੀਅਰ ਪ੍ਰੋਗਰਾਮ ਦੀਆਂ, ਇਹ ਬਾਅਦ ਦੇ ਵਿੱਚ ਦੱਸਿਆ ਜਾਊਗਾ। ਕਹਿੰਦੇ ਭਈ ਰੂਬੀਓ ਹੋਣੀ ਇਹ ਕਹਿੰਦੇ ਆ ਵੀ ਜਿਹੜਾ ਨਿਊਕਲੀਅਰ ਵਾਲਾ ਕੁਐਸਚਨ ਆ ਉਹ ਫਸਟ ਹੋਣਾ ਚਾਹੀਦਾ, ਉਹ ਬਾਅਦ ਦੇ ਵਿੱਚ ਨਹੀਂ ਹੋਣਾ ਚਾਹੀਦਾ। ਅਦਰਵਾਈਜ਼ ਯੂਐਸ ਦੇ ਨਾਲ ਰਿਲੇਸ਼ਨ ਜਿਹੜੇ ਆ ਉਹ ਬੈਟਰ ਨਹੀਂ ਹੋਣੇ ਹੈਗੇ। ਤੇ ਕਹਿੰਦੇ ਵੀ ਇਹ ਬਹੁਤ ਇੰਪੋਰਟੈਂਟ ਆ, ਸਟੇਟ ਆਫ ਹਾਰਮੋਜ਼ ਖੁੱਲਣੀ ਚਾਹੀਦੀ ਆ, ਕੱਲਾ ਸਟੇਟਸ ਨਹੀਂ, ਸਟੇਟ ਆਫ ਹਾਰਮੋਜ਼ ਨਹੀਂ। ਤੇ ਕਹਿੰਦੇ ਵੀ ਉਹ ਨਾਰਮਲਾਈਜ਼ ਨਹੀਂ ਕਰ ਸਕਦੇ ਜਦੋਂ ਤੱਕ ਉਹ ਇੱਕ ਤਰ੍ਹਾਂ ਦੇ ਨਾਲ ਜੋ ਉਹਨਾਂ ਦੇ ਨਿਊਕਲੀਅਰ ਪ੍ਰੋਡਕਟ ਬਣਾ ਰਹੇ ਹੈਗੇ ਆ ਉਸ ਨੂੰ ਬੰਦ ਨਹੀਂ ਕਰਦੇ ਹੈਗੇ। ਸੋ ਇਸ ਪ੍ਰਪੋਜ਼ਲ ਦੇ ਵਿੱਚ ਇਰਾਨ ਯੂਐਸ ਨੂੰ ਕਹਿ ਰਿਹਾ ਆ ਵੀ ਜਿਹੜਾ ਇਰਾਨੀਅਨ ਪੋਰਟਸ ਦੇ ਉੱਤੇ ਬਲੌਕ ਕੀਤਾ ਗਿਆ ਹੈ ਅਮਰੀਕਾ ਵੱਲੋਂ, ਉਸ ਨੂੰ ਚੱਕ ਲਿਆ ਜਾਵੇ ਤੇ ਅਸੀਂ ਜਿਹੜੀ ਸਟੇਟ ਆਫ ਹਾਰਮੋਜ਼ ਆ, ਜਿੱਥੋਂ ਦੀ ਮੈਰੀਟਾਈਮ ਟ੍ਰੈਫਿਕ ਜਾਂਦਾ ਹੈਗਾ, ਉਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਵਾਂਗੇ। ਸੋ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕੈਰੋਲਿਨ ਲਵੇਟ ਹੋਣਾ ਨੇ ਇਹ ਕਿਹਾ ਵੀ ਅਜੇ ਕੋਈ ਡਿਟੇਲ ਨਹੀਂ ਦਿੱਤੀ ਗਈ ਵਾਈਟ ਹਾਊਸ ਵੱਲੋਂ, ਪਰ ਇਹਦੇ ਉੱਤੇ ਉਹ ਵਰਕਆਊਟ ਕਰ ਰਹੇ ਹੈਗੇ ਆ। ਇਰਾਨੀਅਨ ਫੋਰਨ ਮਿਨਿਸਟਰ ਅਬਾਸ ਅਰਗਾਚੀ ਸੋਮਵਾਰ ਨੂੰ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਹੋਣਾ ਦੇ ਨਾਲ ਮਿਲੇ ਸੀ ਤੇ ਉਹਦੇ ਵਿੱਚ ਉਹਨਾਂ ਨੇ ਇਸ ਜੰਗ ਦੀ ਬਾਬਤ ਉਹ ਕਿਹਾ ਸੀ ਵੀ ਉਹ ਤਾਂ ਬਿਲਕੁਲ ਰੈਡੀ ਹੈਗੇ ਆ ਵੀ ਕਿਹੜਾ ਵੀ ਤਰੀਕਾ ਹੋਵੇ ਪੀਸਫੁਲੀ ਜਿਹੜਾ ਮਿਡਲ ਈਸਟ ਦੇ ਵਿੱਚ ਅਸੀਂ ਕਰ ਸਕਦੇ ਹੈਗੇ ਆ। ਅਰਗਾਚੀ ਸੇਂਟ ਪੀਟਰਬਰਗ ਸੋਮਵਾਰ ਯਾਨੀ ਕਿ ਕੱਲ ਪਹੁੰਚਿਆ ਸੀ। ਉਸ ਤੋਂ ਪਹਿਲਾਂ ਉਹ ਓਮਾਨ ਦੇ ਵਿੱਚ ਪਹੁੰਚਿਆ ਸੀ ਤਾਂ ਕਿ ਜਿਹੜੀ ਗੱਲਬਾਤ ਆ ਉਹ ਚੱਲ ਸਕੇ, ਜਿਹੜੀ ਦੁਆਰਾ ਬੰਦ ਹੋਈ ਹੈਗੀ ਆ। ਤੇ ਪਾਕਿਸਤਾਨ ਵਾਲੇ ਵੀ ਇਹਦੇ ਉੱਤੇ ਪੂਰੀ ਕੋਸ਼ਿਸ਼ ਕਰ ਰਹੇ ਹੈਗੇ ਆ। ਰਸ਼ੀਆ ਦੇ ਮੀਡੀਆ ਨੇ ਕੋਈ ਰਿਪੋਰਟ ਨਹੀਂ ਕੀਤਾ ਵੀ ਉਹ ਸਪੋਰਟ ਕਰਨਗੇ ਇਰਾਨ ਦੀ ਜਾਂ ਨਹੀਂ। ਇਹ ਕਲੋਜ਼ ਡੋਰ ਮੀਟਿੰਗ ਹੋਈ ਆ, ਉਹਦੇ ਵਿੱਚ ਕੋਈ ਵੀ ਜਿਹੜੀ ਡਿਟੇਲ ਆ ਉਹ ਜ਼ਿਆਦਾ ਬਾਹਰ ਨਹੀਂ ਆ ਸਕੀ ਹੈਗੀ। ਸੋ ਐਟ ਦਾ ਸੇਮ ਟਾਈਮ ਪੁਟਿਨ ਨੇ ਕਿਹਾ ਵੀ ਜਿਹੜੀ ਪੀਸ ਡੀਲ ਦੇ ਵਿੱਚ ਨੈਗੋਸ਼ੀਏਸ਼ਨ ਚੱਲ ਰਹੀ ਆ, ਉਹ ਉਹਨਾਂ ਨੂੰ ਯੂਕਰੇਨ ਵਾਲੇ ਪਾਸੇ ਵੀ ਕੰਮ ਕਰਨਾ ਚਾਹੀਦਾ ਆ ਤਾਂ ਕਿ ਸਾਡੀ ਜਿਹੜੀ ਲੜਾਈ ਆ ਉਹ ਵੀ ਬੰਦ ਹੋ ਸਕੇ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਸੇ ਹੀ ਲੜਾਈ ਦੇ ਵਿੱਚ ਜਿਹੜੀਆਂ ਹੋਰ ਜੋ ਚੀਜ਼ਾਂ ਚੱਲ ਰਹੀਆਂ ਆ ਉਹਦੇ ਵਿੱਚ ਅਪਡੇਟਸ ਆ ਰਹੀਆਂ। ਰਾਇਨ ਏਅਰ ਦੇ ਜਿਹੜੇ CEO ਆ ਉਹਨਾਂ ਨੇ ਚੇਤਾਵਨੀ ਦਿੱਤੀ ਆ, ਕਹਿੰਦੇ ਵੀ ਯੂਰਪੀਅਨ 에ਅਰਲਾਈਨ ਜਿਹੜੀ ਰਾਇਨ ਏਅਰ ਆ, ਕਹਿੰਦੇ ਵੀ ਉਹ ਫੇਲ ਹੋ ਸਕਦੀ ਆ ਜੇ ਜੈਟ ਫਿਊਲ ਦੇ ਕੀਮਤਾਂ ਆ ਇਸੇ ਤਰੀਕੇ ਦੇ ਨਾਲ ਵਧੀਆਂ ਰਹੀਆਂ। ਮਾਈਕਲ ਓ ਲੈਰੀ ਉਹਨਾਂ ਨੇ ਕਿਹਾ ਵੀ ਜੈਟ ਫਿਊਲ ਪ੍ਰਾਈਸਿਸ, ਕਹਿੰਦੇ ਵੀ ਜੈਟ A1 ਪਹਿਲੋਂ $80 ਬੈਰਲ ਤੇ ਸੀਗਾ ਮਾਰਚ ਦੇ ਵਿੱਚ, ਤੇ ਹੁਣ $150 ਬੈਰਲ ਨੂੰ ਜਿਹੜਾ ਉਹ ਹੋ ਗਿਆ। ਕਹਿੰਦੇ ਵੀ ਜੇ ਇਹੀ ਪ੍ਰਾਈਸ ਰਹਿੰਦੇ ਆ ਤਾਂ ਜੁਲਾਈ, ਅਗਸਤ, ਸਤੰਬਰ ਤੱਕ ਜੇ ਪ੍ਰਾਈਸ ਲੈਵਲ ਨਹੀਂ ਹੋਏ ਤਾਂ ਤੁਸੀਂ ਕਹਿੰਦੇ ਵੀ ਯੂਰਪੀਅਨ 에ਅਰਲਾਈਨਸ ਨੂੰ ਫੇਲ ਹੁੰਦਾ ਤੁਸੀਂ ਦੇਖੋਗੇ। ਐਵਰੇਜ ਪ੍ਰਾਈਸ ਜੈਟ ਫਿਊਲ ਦਾ $179 ਪਰ ਬੈਰਲ ਦੇ ਉੱਤੇ ਜਿਹੜਾ ਉਹ 24 ਅਪ੍ਰੈਲ ਵਾਲੇ ਜਿਹੜੇ ਵੀਕ ਦੀ ਐਂਡਿੰਗ ਤੱਕ ਪਹੁੰਚ ਗਿਆ ਸੀ। ਇੰਟਰਨੈਸ਼ਨਲ 에ਅਰ ਟਰਾਂਸਪੋਰਟ ਐਸੋਸੀਏਸ਼ਨ ਜੈਟ ਫਿਊਲ ਪ੍ਰਾਈਸ ਮੋਨੀਟਰ ਨੇ ਇਹ ਜਿਹੜਾ ਉਹ ਦੱਸਿਆ ਆ। ਇੰਟਰਨੈਸ਼ਨਲ ਐਨਰਜੀ ਏਜੰਸੀ ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਯੂਰਪ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜੈਟ ਫਿਊਲ ਸ਼ਾਰਟੇਜਸ ਆਉਂਦੇ ਕੁਝ ਹਫ਼ਤਿਆਂ ਦੇ ਵਿੱਚ ਆਉਣ ਜਿਹੜੇ ਉਹ ਜਾ ਰਹੇ ਆ। ਕਹਿੰਦੇ ਵੀ ਉਹਨਾਂ ਦੀ ਜਿਹੜੀ ਐਬਿਲਿਟੀ, ਜੋ ਸਪਲਾਈ ਇਹਨਾਂ ਦੀ ਮਿਡਲ ਈਸਟ ਤੋਂ ਬੰਦ ਹੋਈ ਆ, ਉਹਨੂੰ ਰਿਪਲੇਸ ਕਰਨ ਦੀ ਅਜੇ ਤੱਕ ਮੌਜੂਦ ਨਹੀਂ ਹੈਗੀ। ਸੋ ਕਹਿੰਦੇ ਵੀ ਵੱਡਾ ਜਿਹੜਾ ਸ਼ੇਅਰ ਆ ਯੂਰਪ ਦੇ ਵਿੱਚ ਜਿਹੜੇ ਜੈਟ ਫਿਊਲ ਦਾ ਉਹ ਮਿਡਲ ਈਸਟ ਤੋਂ ਆਉਂਦਾ ਸੀ ਤੇ ਸਟ੍ਰੇਟ ਆਫ ਹਾਰਮੋਜ਼ ਦੇ ਬੰਦ ਹੋਣ ਦੇ ਨਾਲ ਉਸ ਉੱਤੇ ਬਹੁਤ ਵੱਡਾ ਅਸਰ ਪਿਆ ਆ। ਉਧਰ GCC ਦੇ ਜਿਹੜੇ ਲੀਡਰ ਆ ਉਹ ਜੈਦਾ ਦੇ ਵਿੱਚ ਸਾਊਦੀ ਅਰੇਬੀਆ 'ਚ ਮੀਟਿੰਗ ਕਰ ਰਹੇ ਆ, ਜਿਹੜੇ ਕਹਿੰਦੇ ਵੀ ਚੁਣੌਤੀਆਂ ਉਹਨਾਂ ਨੂੰ ਇਰਾਨ ਵਾਰ ਦੇ ਕਰਕੇ ਆਈਆਂ ਹੋਈਆਂ ਆ। ਗਲਫ ਯੂਨਿਟੀ ਦੀ ਜਿਹੜੀ ਆ ਉੱਥੇ ਬਹੁਤ ਜ਼ਿਆਦਾ ਗੱਲ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਕਹਿੰਦੇ ਵੀ ਇਹ ਪਹਿਲੀ ਇਨ ਪਰਸਨ ਮੀਟਿੰਗ ਆ ਗਲਫ ਲੀਡਰਸ ਦੇ ਵਿੱਚ, ਜਿਹਦੇ ਵਿੱਚ ਕਹਿੰਦੇ ਵੀ ਇਹ ਕੌਨਫਲਿਕਟ ਦੇ ਵਿੱਚ ਟਾਰਗੇਟ
ਬਣੇ ਹੈਗੇ ਆ, ਜੋ ਕਿ 2 ਮਹੀਨੇ ਪਹਿਲਾਂ ਸ਼ੁਰੂ ਜਿਹੜਾ ਉਹ ਹੋਇਆ ਸੀਗਾ।